ਵਾਹਿਗੁਰੂ ਸਾਹਿਬ ਜੀਓ। ਸਵਈਏ ਮਹੱਲੇ ਪੰਜਵੇਂ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਿਮਰਨ ਸੋਈ ਪੁਰਖ ਅਚਲ ਅਵਨਾਸੀ। ਹਜ਼ੂਰ ਫਰਮਾਉਂਦੇ ਹਨ, ਸਵਈਏ ਚੌਥੇ ਪਾਤਸ਼ਾਹ ਦੇ ਸੰਪੂਰਨ ਕਰਕੇ ਹੁਣ ਪੰਜਵੇਂ ਪਾਤਸ਼ਾਹ ਦੇ ਆਰੰਭ ਹੋਏ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸੀ। ਪਹਿਲਾਂ ਮੰਗਲ ਕਰਦੇ ਹਨ ਗੁਰੂ ਸਾਹਿਬ ਦੀ ਮਹਿਮਾ ਕਹਿਣ ਵਾਸਤੇ। ਸਿਮਰਨ ਕਰਦੇ ਹਾਂ ਸੋਈ ਜੋ ਪੂਰਨ ਪਰਮੇਸ਼ਰ ਹੈ, ਜੋ ਅਚਲ ਕੁਟਸਥ ਰੂਪ ਹੈ, ਅਵਨਾਸੀ ਨਾਸ ਤੋਂ ਰਹਿਤ ਹੈ। ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਖੋਟੀ ਮਤ ਜਿਹੜੀ ਹੈ ਇਹਦੀ ਮੈਲ ਨਾਸ਼ ਹੋ ਜਾਂਦੀ ਹੈ। ਮਲ ਵਿਖੇਪ ਆਦਿਕ ਵਰਨਾਰਕ ਵੀ ਨਾਸ਼ ਹੋ ਜਾਂਦੇ ਹਨ। ਸਤਿਗੁਰ ਚਰਨ ਕਵਲ ਰਿਦ ਧਾਰਨ। ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਧਾਰਨ ਕਰਦੇ ਹਾਂ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਕਮਲਾਂ ਨੂੰ ਰਿਜ ਧਾਰ ਕੇ ਵਸਾ ਕਰਕੇ। ਗੁਰ ਅਰਜਨ ਗੁਣ ਸਹਿਜ ਵਿਚਾਰ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਜਿਹੜੇ ਗੁਣ ਹਨ ਸਹਿਜੇ ਸ਼ਾਂਤੀਪੂਰਵਕ ਉਹਨਾਂ ਨੂੰ ਵਿਚਾਰਦੇ ਹਾਂ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਘਰ ਵਿੱਚ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਨਾ ਕੀਤਾ, ਪ੍ਰਕਾਸ਼ ਕੀਤਾ। ਜਿਵੇਂ ਪਟਨੇ ਸ਼ਹਿਰ ਵਿਖੇ ਭਵ ਲਿਓ ਕਲਗੀਧਰ ਜੀ ਪਟਨੇ ਸ਼ਹਿਰ 'ਚ ਪ੍ਰਗਟ ਹੋਏ ਹੈ, ਇਵੇਂ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਮਹਾਰਾਜ ਸਾਹਿਬ ਗੋਂਦਵਾਲ ਸਾਹਿਬ ਵਿੱਚ ਸੇਵਾ ਕਰਦੇ। ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੀਬੀ ਭਾਨੀ ਭਗਤੀ ਕਰਕੇ ਮਹਾਰਾਜ ਦੇ ਚਰਨਾਂ 'ਚ ਹੀ ਰਹਿਣਾ ਚਾਹੁੰਦੇ। ਇਸੇ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਾਧ ਸੰਗਤ ਜੀ 1620 ਬਿਕਰਮੀ ਦੇ ਟਾਈਮ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ, ਅਵਤਾਰ ਧਾਰਿਆ ਹੈ ਮਹਾਰਾਜ ਜੀ ਨੇ। ਮਹਾਦੇਵ ਜੀ ਜਿਹੜੇ ਹਨ ਇਹ 1617 ਵਿੱਚ ਪ੍ਰਗਟ ਹੋਏ ਹਨ। ਪ੍ਰਿਥੀਆ ਜਿਹੜਾ ਹੋਇਆ ਹੈ ਇਹ 1615 ਵਿੱਚ ਜਨਮਿਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ ਮਹਾਰਾਜ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ 1620 ਵਿੱਚ ਪ੍ਰਗਟ ਹੋਏ ਹਨ। ਸਗਲ ਮਨੋਰਥ ਪੂਰੀ ਮਹਾਰਾਜ ਸਾਹਿਬ ਵਿਸਾਖ ਸੁਦੀ ਪੰਚਮੀ ਨੂੰ ਗੁਰੂ ਸਾਹਿਬ ਦਾ ਅਵਤਾਰ ਹੋਇਆ ਹੈ। ਸਗਲ ਮਨੋਰਥ ਪੂਰੀ ਆਸਾ। ਸਾਰੇ ਮਨ ਦੇ ਸੰਕਲਪ ਜਿੰਨੇ ਸੀ ਬੀਬੀ ਭਾਨੀ ਨੇ ਕਿਹਾ ਸੀ ਕਿ ਮਹਾਰਾਜ ਜੇ ਬਖਸ਼ਿਸ਼ ਕੀਤੀ ਹੈ ਸਾਡੇ ਘਰ 'ਚ ਹੀ ਗੁਰਿਆਈ ਰਵੇ, ਉਹ ਸਾਰੇ ਮਨ ਦੇ ਸੰਕਲਪ ਬੀਬੀ ਜੀ ਦੇ ਪੂਰੇ ਕੀਤੇ। ਸਾਰੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਅਰਜਨ ਦੇਵ ਨੂੰ ਨਾਮ ਦਾ ਜਹਾਜ਼ ਤਿਆਰ ਕਰਕੇ ਸਭ ਦੀ ਆਸ਼ਾ ਪੂਰੀ ਕੀਤੀ ਕਲਿਆਣ ਕਰਨ ਦੀ। ਤੈ ਜਨਮਤ ਗੁਰਮਤ ਬ੍ਰਹਮ ਪਛਾਣ। ਇਹ ਸੱਚੇ ਪਾਤਸ਼ਾਹ ਤੁਸੀਂ ਅਵਤਾਰ ਧਾਰਨ ਅਨੁਸਾਰ ਹੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਗੁਰਮਤਿ ਦੁਆਰਾ ਬ੍ਰਹਮ ਆਤਮਾ ਨੂੰ ਪਛਾਣਨਾ ਕੀਤਾ ਹੈ। ਕੱਲ ਜੋੜ ਕਰ ਸਜਸ ਵਖਾਣਿਓ। ਕੱਲ ਭੱਟ ਜੀ ਕਹਿੰਦੇ ਹੱਥ ਜੋੜ ਕਰਕੇ ਆਪ ਦੇ ਸੇਠ ਜਸ ਦਾ ਕਥਨ ਕਰਦੇ ਹਾਂ। ਭਗਤ ਜੋਗ ਕਉ ਜੈਤਵਾਰ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਯੋਗੀ ਸਨ ਉਹ ਭਗਤ ਨਹੀਂ ਸਨ, ਜਿਹੜੇ ਭਗਤ ਸਨ ਉਹ ਯੋਗ ਨਹੀਂ ਸੀ ਕਮਾਉਂਦੇ। ਆਪ ਭਗਤੀ ਦੇ ਯੋਗ ਨੂੰ ਦੋਹਾਂ ਨੂੰ ਜਿੱਤਣ ਵਾਲੇ ਹੋ। ਹਰ ਜਨਕ ਉਪਾਇਓ। ਹਰੀ ਨੇ ਜਨਕ ਗਿਆਨਵਾਨ ਆਪ ਨੂੰ ਪੈਦਾ ਕੀਤਾ ਹੈ। ਸੰਸਾਰ ਦੀ ਕਲਿਆਣ ਕਰਨ ਵਾਸਤੇ ਜਗਤ ਪਿਤਾ ਰੂਪ ਆਪ ਪ੍ਰਗਟ ਹੋਏ ਹੋ। ਸ਼ਬਦ ਗੁਰੂ ਜਿਵੇਂ ਜਨਕ ਨਿਰਲੇਪ ਰਿਹਾ ਹੈ ਇਉਂ ਹਰੀ ਨੇ ਆਪ ਨੂੰ ਗਿਆਨਵਾਨ ਉਤਪੰਨ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ। ਆਪ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਮਹਾਰਾਜ ਪਲੰਗ ਦੇ ਪਾਸ ਦਰਸ਼ਨ ਕਰਨ ਵਾਸਤੇ ਬਾਲਕ ਅਵਸਥਾ 'ਚ ਗਏ ਹਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜਾ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਹੱਥ ਜੋੜ ਕੇ ਖੜੇ ਹੋ ਗਏ। ਧੂੜ ਲੱਗੀ ਹੋਈ ਹੈ। ਮਹਾਰਾਜ ਸਾਹਿਬ ਬੀਬੀ ਭਾਨੀ ਜੀ ਦੌੜ ਕੇ ਆਏ ਕਿ ਮਹਾਰਾਜ ਸਾਹਿਬ ਦੇ ਪਾਸ ਇਹ ਧੂੜ ਲੱਗੀ ਨਾਲ ਕਿਉਂ ਚਲੇ ਗਏ। ਮਹਾਰਾਜ ਨੇ ਕਿਹਾ ਬੀਬੀ ਇਹਨਾਂ ਨੂੰ ਖੜੇ ਰਹਿਣ ਦਿਓ ਸਾਡੇ ਪਾਸ। ਉਸ ਵਕਤ ਬੀਬੀ ਨੂੰ ਗੁਰੂ ਸਾਹਿਬ ਦੀ ਪ੍ਰਸੰਨਤਾ ਜਾਣ ਕੇ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ ਖੜੀ,
ਗੁਰੂ ਸਾਹਿਬ ਜੀ ਨੇ ਆਪਣੀਆਂ ਭੁਜਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਸਰੀਰ ਨੂੰ ਤੋਲਿਆ। ਤੋਲਣ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਬੋਝਲ ਸੀ, ਨਰੋਆ ਸਰੀਰ ਸੀ, ਲੰਮਾ ਸੀ ਕੱਦ। ਵੇਖ ਕੇ ਮਹਾਰਾਜ ਨੇ ਕਿਹਾ ਦੋਹਿਤਾ ਬਾਣੀ ਕਾ ਬੋਹਿਤਾ, ਇਹ ਵਰ ਦਿੱਤਾ ਕਿ ਦੋ ਤਾਂ ਬਾਣੀ ਦਾ ਜਹਾਜ਼ ਕਰਨਗੇ, ਇਹ ਰਚਣਗੇ। ਇਹ ਵਰ ਜਿਨ੍ਹਾਂ ਨੂੰ ਬਾਲਕ ਅਵਸਥਾ ਜੀ ਪ੍ਰਾਪਤ ਕੀਤਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਜਦੋਂ ਮਹਾਰਾਜ ਸਾਹਿਬ ਜੀ ਬੱਚਿਆਂ ਦੀ ਨਿਆਈ ਆਪਣੇ ਚਰਨਾਂ ਨੂੰ ਉਠਾ ਕੇ ਮਹਾਰਾਜ ਪਲੰਘ ਤੇ ਰੱਖਣ ਲੱਗੇ, ਸਤਿਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਆਪਣੇ ਪਿਤਾ ਤੋਂ ਲੈਣਾ, ਐਡਾ ਕਾਹਲੀ ਨਾ ਕਰੋ ਗੁਰਤਾ ਗੱਦੀ ਦੇ ਉੱਤੇ ਬੈਠਣ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਨੂੰ ਪਹਿਲਾਂ ਹੀ ਵਰ ਦੇ ਦਿੱਤੇ ਸੀ, ਕਿਉਂ ਗੁਰੂ ਸਾਹਿਬ ਦੇ ਸ਼ਬਦ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਅਰਜਨ ਸਾਹਿਬ ਜੀ ਆਪ ਕੀਤਾ ਹੈ। ਚੌਹਾਂ ਸ਼ਬਦਾਂ ਦੀ ਬਾਣੀ ਨੂੰ ਸਮੱਗਰ ਰਚ ਕਰਕੇ, ਭਗਤ ਬਾਣੀ ਰਚ ਕੇ, ਆਪਣੀ ਰਚਨਾ ਰਚ ਕੇ ਇਹ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਦੁਨੀਆ 'ਚ। ਕਿ ਭਾਵੇਂ ਛੇਵੇਂ ਸਰੂਪ 'ਚ ਭਾਈ ਗੁਰਦਾਸ ਜੀ ਕਹਿੰਦੇ ਮੈਂ ਛਿਆਂ ਸਰੂਪਾਂ ਦੇ ਭਾਈ ਬੁੱਢੇ ਸਾਹਿਬ ਨੂੰ ਦਰਸ਼ਨ ਕੀਤੇ ਹੈ, ਪਰ ਛਿਆਂ ਸਰੂਪਾਂ ਦੇ ਹੁੰਦਿਆਂ ਹੋਇਆ ਸ਼ਬਦ ਹੀ ਗੁਰੂ ਸੀ ਸਾਰਿਆਂ ਵਿੱਚ। ਇਸੇ ਪ੍ਰਕਾਰ ਸਾਧ ਸੰਗਤ ਜੀ ਸ਼ਬਦ ਜਿਹੜਾ ਗੁਰਾਂ ਦਾ ਹੈ ਉਪਦੇਸ਼, ਇਸ ਦਾ ਦੁਨੀਆ 'ਚ ਪ੍ਰਕਾਸ਼ ਕੀਤਾ ਹੈ ਆਪ ਨੇ। ਸ਼ਬਦ ਜੋ ਬ੍ਰਹਮ ਹੈ ਇਸ ਦੇ ਤਾਈਂ ਗੁਰੂ ਮਹਾਰਾਜ ਸਿੱਖਾਂ ਦੇ ਹਿਰਦਿਆਂ 'ਚ ਆਪ ਪ੍ਰਕਾਸ਼ਿਆ ਹੈ। ਹਰ ਰਸਨ ਬਸਾਇਓ, ਹਰੀ ਦੇ ਨਾਮ ਨੂੰ ਰਸਨਾ ਦੇ ਉੱਤੇ ਵਸਾਉਣਾ ਕੀਤਾ ਸਿੱਖਾਂ ਦੇ। ਗੁਰੂ ਨਾਨਕ ਅੰਗਦ ਅਮਰ ਲਾਗ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨਾਲ ਮਿਲ ਕਰਕੇ ਗੁਰੂ ਅੰਗਦ ਸਾਹਿਬ ਜੀ ਉਹੀ ਸਰੂਪ ਹੋਏ, ਜਿਵੇਂ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਉਹ ਜੋਤੀ ਰੂਪ ਹੋਏ। ਉੱਤਮ ਪਦ ਪਾਇਓ, ਉੱਤਮ ਪਦਵੀ ਗੁਰਤਾ ਗੱਦੀ ਨੂੰ ਪਾਉਣਾ ਕੀਤਾ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਇਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਨਾਲ ਮਿਲ ਕੇ ਉੱਤਮ ਪਦਵੀ ਨੂੰ ਪਾਉਣਾ ਕੀਤਾ। ਤੇ ਇਵੇਂ ਗੁਰੂ ਰਾਮਦਾਸ ਦੇ ਘਰ 'ਚ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ। ਗੁਰ ਅਰਜਨ ਘਰ ਗੁਰੂ ਰਾਮਦਾਸ, ਘਰ ਗੁਰੂ ਰਾਮਦਾਸ ਸਾਹਿਬ ਦੇ ਹੈ ਗੁਰੂ ਅਰਜਨ ਸਾਹਿਬ ਜੀ। ਭਗਤ ਉੱਤਰ ਆਇਓ, ਭਗਤੀ ਦੁਨੀਆ ਨੂੰ ਪੈਦਾ ਕਰਨ ਵਾਸਤੇ, ਭਾਵ ਭਗਤ ਨੂੰ ਦੁਨੀਆ ਵਿੱਚ ਕਾਇਮ ਰੱਖਣ ਵਾਸਤੇ, ਦੁਨੀਆ 'ਚੋਂ ਭਗਤ ਪੈਦਾ ਕਰਨ ਵਾਸਤੇ। ਕਿਉਂ ਭਗਤੀ ਰੂਪ ਵਿੱਚ ਮਹਾਰਾਜ ਆਪ ਹੈ ਜੋਤੀ ਸਰੂਪ, ਪਰ ਭੇਸ ਬਲਟ ਕੇ ਮਹਾਰਾਜ ਭਗਤ ਰੂਪ ਵਿੱਚ ਪ੍ਰਗਟ ਹੋਏ ਆਏ ਹੋ। ਇਹ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਾਨੂੰ ਸਤਿਗੁਰਾਂ ਦੇ ਭਗਤ ਲਿਖੋ, ਇਸ ਕਰਕੇ ਪਹਿਲੀ ਤੁਕ ਵਿੱਚ ਇਉਂ ਲਿਖ ਦਿੱਤਾ ਹੈ। ਪਰ ਅੱਗੇ ਕਹਿਣਗੇ ਕਿ ਗੁਰੂ ਅਰਜਨ ਪ੍ਰਤੱਖ ਹਰ, ਕਿਉਂ ਭਗਤੀ ਨੂੰ ਪੈਦਾ ਕਰਨ ਵਾਲੇ ਭਾਵ ਭਗਤ ਜਿਨ੍ਹਾਂ ਤੋਂ ਬੇਅੰਤ ਸ੍ਰਿਸ਼ਟੀ ਦੇ ਲੋਕ ਭਗਤ ਬਣੇ ਹਨ, ਉਹ ਗੁਰੂ ਆਪ ਉਤਰੇ ਆਏ ਹਨ, ਪ੍ਰਗਟ ਹੋਇਆ ਹੈ। ਵੱਡ ਭਾਗੀ ਉਹਨ ਮਾਨਿਓ, ਜਿਹੜੇ ਵੱਡਿਆਂ ਭਾਗਾਂ ਵਾਲੇ ਉਹਨ ਮਾਨਿਓ ਵਿਚਾਰਿਆ ਹੈ ਦਿਲ 'ਚ। ਰਿਦ ਸ਼ਬਦ ਵਸਾਇਓ, ਹੁਣ ਮਾਨ ਵਿਚਾਰ ਕੀਤੀ ਹੈ ਵੱਡਿਆਂ ਭਾਗ ਜਿਨ੍ਹਾਂ ਦੇ ਵੱਡੇ ਭਾਗ ਸੀ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੂੰ ਗੁਰੂ ਸਰੂਪ ਕਰਕੇ ਮੰਨਿਆ ਹੈ। ਰਿਦ ਸ਼ਬਦ ਵਸਾਇਓ, ਉਹਨਾਂ ਨੇ ਅਨੁਮਾਨ ਪ੍ਰਮਾਣ ਦੁਆਰਾ ਵਿਚਾਰਿਆ ਹੈ ਕਿ ਗੁਰੂ ਸਾਹਿਬ ਪਾਰ ਬ੍ਰਹਮ ਦਾ ਰੂਪ ਹੈ, ਅਤੇ ਜਿਨ੍ਹਾਂ ਨੂੰ ਮੰਨਿਆ ਹੈ ਰਿਦ ਸ਼ਬਦ ਵਸਾਇਓ, ਉਹਨਾਂ ਦੇ ਹਿਰਦੇ 'ਚ ਮਹਾਰਾਜ ਆਪ ਸ਼ਬਦ ਬ੍ਰਹਮ ਨੂੰ ਵਸਾਤਾ ਹੈ। ਸ਼ਬਦ ਗੁਰੂ ਆਪ ਵਸਾਤਾ ਉਹਨਾਂ ਦੇ ਹਿਰਦੇ 'ਚ। ਮਨ ਮਾਣਕ ਸੰਤੋਖਿਓ, ਉਹਨਾਂ ਦੇ ਮਨ ਦੇ ਅੰਦਰ ਮਣੀਆਂ ਤੇ ਮਾਣਕ ਦੀ ਨਿਆਈ, ਸੱਚੇ ਪਾਤਸ਼ਾਹ ਮਨ ਮਣੀਆਂ ਦੀ ਨਿਆਈ ਜਿਨ੍ਹਾਂ ਦਾ ਭਗਤੀ ਵਾਲਾ ਹੋ ਗਿਆ। ਮਾਣਕ ਸਰਵਣ ਮੰਨਣ ਅਭਿਆਸਨ ਆਦਿ ਗੁਣ ਆ ਗਏ ਹਨ, ਸੰਤੋਖ ਦੇ ਸਹਿਤ ਹੋ ਗਏ ਹੈ। ਸੰਤੋਖ ਐਸੀ ਚੀਜ਼ ਹੈ ਜਿਵੇਂ ਨਿਰਧੂਮ ਅਗਨੀ ਹੁੰਦੀ ਹੈ, ਕੋਲੇ ਹੁੰਦੇ ਅੱਗ ਦੇ, ਉਹਦੇ 'ਚ ਧੂੰਆਂ ਨਹੀਂ ਹੁੰਦਾ। ਐ ਸੰਤੋਖ ਵਾਲੇ ਜੀਵਨ ਪੂਰਨ ਗਿਆਨ ਵਿੱਚ ਸਥਿਤ ਹੈ, ਜਿਹਦੇ ਤ੍ਰਿਸ਼ਨਾ ਦਾ ਧੂੰਆਂ ਹੈ ਨਹੀਂ। ਇਸ ਪ੍ਰਕਾਰ ਮਹਾਰਾਜ ਸਾਹਿਬ ਮਨ ਨੂੰ ਮਾਨਕਵਰ ਸੁੱਧ ਕਰਕੇ ਸੰਤੋਖ ਦੇ ਸਹਿਤ ਕਰਤਾ ਉਹਨਾਂ ਦੇ ਨੂੰ। ਗੁਰ ਨਾਮ ਦ੍ਰਿੜਾਇਓ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਆਪ ਨਾਮ ਦ੍ਰਿੜ ਕਰਾਇਆ ਹੈ। ਅਗਮ ਅਗੋਚਰ ਪਾਰ ਬ੍ਰਹਮ, ਇਹ ਮਹਾਰਾਜ ਅਗਮ ਸ਼ਾਸਤਰਾਂ ਕਰਕੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੋ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਹੋ, ਬ੍ਰਹਮ ਵਿਆਪਕ ਸਰੂਪ ਹੋ। ਸਤਿਗੁਰ ਦਰਸਾਇਓ, ਇਹ ਸਤਿਗੁਰੂ ਆਪ ਦੇ ਦਰਸ਼ਨ ਇਸ ਪ੍ਰਕਾਰ ਦੇਖਣਾ ਕੀਤੇ ਸਿੱਖਾਂ ਨੇ। ਸਤਿਗੁਰੂ ਰਾਮਦਾਸ ਜੀ ਨੇ ਆਪ ਨੂੰ ਸਰੂਪ ਉਹ ਦਰਸਾਤਾ ਹੈ। हे सतगुरु आपने सिखा दे ताई वो स्वरूप दर्शाता दिखाता है। गुरु अर्जन घर गुरु रामदास, हे गुरु अर्जन देव जी श्री गुरु रामदास साहब के घर विच अनुभव ठहराया, अनुभव यथार्थ ज्ञान आप सच्चे पातशाह भैया तो रहत वो सच्चे पातशाह टिकाउणा कीता है आपने। गुरु अर्जन साहब जी आप दे घर हिरदे च
ਗੁਰੂ ਰਾਮਦਾਸ ਜੀ ਨੇ ਅਨੁਭਵ ਸਰੂਪ ਜਿਹੜਾ ਅਸੀਂ ਉਹ ਇਸਤਤ ਕਰ ਦਿੱਤਾ ਹੈ। ਜਨਕ ਰਾਜ ਵਰਤਾਇਆ, ਜਿਵੇਂ ਜਨਕ ਰਾਜਾ ਜੀ ਵਿਦੇਹੀ ਜਨਕ ਹੋਏ ਹੈ, 53ਵੇਂ ਜਨਕ ਹੋਏ ਹੈ ਜੋ ਗਿਆਨਵਾਨ ਸਨ, ਜਿਨ੍ਹਾਂ ਦੇ ਅਕਾਦਸ ਪੁਸਤਕ ਵਿੱਚ ਜ਼ਿਕਰ ਆਉਂਦਾ 9 ਮੁਨੀ ਧੂਰ ਲੈ ਲਾਵੈ ਗੋ। ਉਸ ਦੇ ਅੰਦਰ ਜਨਕ ਰਾਜ ਜਿਵੇਂ ਗਿਆਨਵਾਨ ਹੋ ਕੇ ਜਨਕ ਰਾਜ ਕਰ ਰਿਹਾ ਸੀ। ਸੁਖਦੇਵ ਇਹਦੇ ਪਾਸ ਜਦੋਂ ਆਇਆ, ਸੁਖਦੇਵ ਦੇ ਅੰਦਰ ਬ੍ਰਗਤੀ ਦਾ ਮਾਣ ਸੀ। ਇਹ ਬ੍ਰਗਤੀ ਦੇ ਮਾਣ ਦੇ ਸਹਿਤ ਇੱਕ ਤੂੰਬਾ ਸੀ ਪਾਣੀ ਵਾਲਾ ਤੇ ਇੱਕ ਫੌੜੀ ਸੀ ਧੂਈ ਵਾਲੀ। ਇਹ ਡਿਊਟੀ 'ਚ ਰੱਖ ਕੇ ਜਨਕ ਰਾਜੇ ਦੇ ਕੋਲੇ ਗਿਆ। ਜਨਕ ਰਾਜੇ ਦੇ ਕੋਲੇ ਜਾ ਕੇ ਜਦੋਂ ਮਿਲਿਆ, ਜਨਕ ਨੂੰ ਕਹਿਣ ਲੱਗਾ ਸੰਕਲਪ ਨਾਲ, ਕਹਿੰਦੇ ਤਾਂ ਰਾਜਸੀ ਸੁਭਾਅ ਵਿੱਚ ਬੈਠਾ ਹੈ, ਇਹਦੇ ਸੋਨੇ ਦੇ ਮੰਦਰ ਹੈ ਅਤੇ ਇਹਦੇ ਰਤਨਾਂ ਜਦ ਕੀਲੇ ਹੈ। ਜਨਕ ਰਾਜਾ ਕਹਿਣ ਲੱਗਾ ਮੇਰੀ ਛਾਤੀ ਤਾਂ ਨਹੀਂ ਜੜੇ ਹੋਏ, ਜਿਹੜੇ ਮੰਦਰ ਹਨ ਇਹ ਕੰਨਾਂ ਜਿਹੜੀਆਂ ਹਨ ਧਰਤੀ ਦੇ ਉੱਤੇ ਹਨ ਗੀਆਂ। ਫਿਰ ਕਹਿਣ ਲੱਗਾ ਕਿ ਆਪ ਰਾਜ ਸਾਜ ਵਿੱਚ ਕਿਵੇਂ ਨਿਰਲੇਪ ਰਹਿੰਦੇ ਹੋ? ਕਹਿੰਦੇ ਨਿਰਲੇਪ ਰਹਿਣ ਦਾ ਤੈਨੂੰ ਤਰੀਕਾ ਦੱਸਦੇ ਆ, ਫਿਰ ਉਪਦੇਸ਼ ਦਿਆਂਗੇ। ਪਹਿਲਾਂ ਥਾਲੀ ਆ ਲੈ ਕੇ ਤੇਲ ਦੀ ਭਰ ਕੇ ਫੇਰਿਆ। ਜਿਸ ਵੇਲੇ ਫੇਰਨ ਵਾਸਤੇ ਗਿਆ, ਬੜੇ ਰੰਗ ਰਾਵ ਰਾਜ ਵਿੱਚ ਸਾਧ ਸੰਗਤ ਜੀ ਬੜੇ ਭਾਰੀ ਨੁਮਾਇਸ਼ੀ ਬਣਾਤੀ। ਸਾਰਿਆਂ ਵਿੱਚ ਖੈ ਖੈ ਕੇ ਲੰਘ ਰਿਹਾ, ਤੇਲ ਨਾ ਡੁੱਲ ਜੇ, ਕਿਸੇ ਵੱਲ ਨਹੀਂ ਝਾਕਦਾ, ਆ ਗਿਆ ਵਾਪਸ। ਕਹਿਣ ਲੱਗੇ ਹੇ ਸੁਖਦੇਵ ਤੇਲ ਕਿਤੇ ਡੁੱਲਿਆ ਤਾਂ ਨਹੀਂ? ਕਹਿੰਦੇ ਜੀ ਡੁੱਲਿਆ ਨਹੀਂ, ਕਿ ਬਾਹਰ ਕਿ ਰੰਗ ਰਾਗ ਕੀ ਹੁੰਦਾ ਸੀ? ਕਹਿੰਦੇ ਜੇ ਮਾਰਾ ਮੈਂ ਵੇਖਦਾ ਤੇ ਤੇਲ ਡੁੱਲ ਜਾਣਾ ਸੀ। ਕਹਿੰਦੇ ਅਸੀਂ ਉਹ ਮਨ ਤੇ ਪਹਿਰਾ ਰੱਖਦੇ ਹਾਂ, ਮਨ ਨੂੰ ਡੋਲਣ ਨਹੀਂ ਦਿੰਦੇ, ਭਾਵੇਂ ਕਿੰਨੀ ਦੁਨੀਆ ਕਹੀ ਜੀ ਹੈ, ਆਪਣੇ ਮਨ ਨੂੰ ਨਿਗਾਹ 'ਚ ਰੱਖਦੇ ਹਾਂ, ਅਡੋਲ ਰਹਿੰਦੇ ਹਾਂ। ਇਸ ਪ੍ਰਕਾਰ ਸੁਣ ਕੇ ਸੰਸਾ ਮਿਟ ਗਿਆ ਤੇ ਉਸ ਵੇਲੇ ਯੋਗ ਸ਼ਕਤੀ ਨਾਲ ਜਨਕ ਰਾਜਾ ਨੇ ਆਪਦੀ ਡਿਊਟੀ ਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲੱਗ ਗਈ ਤੇ ਉਸ ਵੇਲੇ ਸੇਵਕਾਂ ਨੇ ਕਿਹਾ ਮਹਾਰਾਜ ਡਿਊਟੀ ਨੂੰ ਅੱਗ ਲੱਗ ਗਈ ਹੈ। ਜਨਕ ਰਾਜਾ ਕਹਿਣ ਲੱਗਾ ਕੋਈ ਨਹੀਂ, ਕੀ ਨਾਸ ਹੋ ਰਿਹਾ ਕਿਸੇ ਦਾ? ਤੇ ਸੁਖਦੇਵ ਨੇ ਪਿੱਛਾ ਮੁੜ ਕੇ ਵੇਖਿਆ, ਡਿਊਟੀ ਜਿੱਥੇ ਫੌੜੀ ਤੇ ਤੂੰਬੀ ਰੱਖ ਕੇ ਆਇਆ ਸੀ ਉਹਨੂੰ ਅੱਗ ਲੱਗੀ। ਉੱਠ ਕੇ ਤੁਰਨ ਲੱਗਾ, ਕਹਿਣ ਲੱਗਾ ਵੀ ਤੂੰ ਗ੍ਰਸਤੀ ਮੈਨੂੰ ਦੱਸਦਾ, ਗ੍ਰਸਤੀ ਤੂੰ ਹੈ ਕਿ ਮੈਂ ਹੈ? ਤੇਰੇ ਤੂੰਬੀ ਤੇ ਫੌੜੀ ਜਿਹੜੀ ਹੈ ਕਿਸੇ ਕਾਰੀਗਰ ਨੂੰ ਦੇਤੀ ਹੋਣੀ ਹੈ ਤੇ ਤੈਨੂੰ ਉਹਦੀ ਮਿਹਰ ਹੈ ਤੇ ਮੇਰੇ ਸੋਨੇ ਦੇ ਮੰਦਰ ਛੱਡਦੇ, ਉਹਨਾਂ ਦਾ ਮੈਂ ਖਿਆਲ ਨਹੀਂ ਕਰਦਾ। ਸੁਣ ਕੇ ਸੁਖਦੇਵ ਬਹਿ ਗਿਆ। ਫਿਰ ਸੁਖਦੇਵ ਦਾ ਐਸਾ ਮਾਣ ਮਿਟਿਆ। ਜਨਕ ਰਾਜੇ ਨੂੰ ਕਹਿੰਦਾ ਮੈਨੂੰ ਉਪਦੇਸ਼ ਦਿਓ। ਜਨਕ ਰਾਜਾ ਕਹਿੰਦਾ ਜੇ ਜੱਗ ਕਰ ਲਈਏ ਵਿਹਲੇ ਹੋ ਜਾਈਏ। ਸੁਖਦੇਵ ਕੌਲੇ ਨਾਲ ਖੜ ਗਿਆ। ਜਨਕ ਰਾਜੇ ਨੇ ਜਿਸ ਵੇਲੇ ਜੱਗ ਕੀਤਾ, ਉਹ ਲੋਕਾਂ ਨੂੰ ਜਿੰਨੀਆਂ ਪੱਤਲਾਂ ਸੀ ਕੰਧ ਦੇ ਉੱਤੋਂ ਦੀ ਚਲਾ ਕੇ ਮਾਰੀਆਂ। ਸੁਖਦੇਵ ਵਿੱਚ ਪੱਤਲਾਂ ਦੇ ਜੂਠੀਆਂ ਦੇ ਲੁਕ ਗਿਆ। ਉਸ ਵੇਲੇ ਸਾਧ ਸੰਗਤ ਸੁਖਦੇਵ ਦਾ ਮਾਣ ਮਿਟਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਜੂਠਨ ਜੂਠ ਪਰੀ ਸਿਰ ਉੱਪਰ ਖਿਨ ਮਨੂਆ ਤਿਲ ਨਾ ਡੁਲਾਵੇ। ਜੂਠਨ ਰਸੋਈ ਦੀ ਜਦੋਂ ਜੂਠ ਪਈ ਤੇ ਮਨ ਨੂੰ ਇਕਾਗਰ ਕੀਤਾ, ਫਿਰ ਸੁਖਦੇਵ ਦੇ ਤਾਈ ਉਪਦੇਸ਼ ਜਨਕ ਰਾਜੇ ਨੇ ਦਿੱਤਾ ਸੀ। ਇਉਂ ਗਿਆਨਵਾਨ ਹੋਇਆ ਸੀ। ਜਨਕ ਰਾਜ ਵਰਤਾ, ਜਿਵੇਂ ਜਨਕ ਗ੍ਰਸਤ ਵਿੱਚ ਰਹਿ ਕੇ ਰਾਜ ਕਰਦਾ ਹੋਇਆ ਗਿਆਨਵਾਨ ਸੀ, ਇਉਂ ਗਿਆਨਵਾਨਾਂ ਵਾਲਾ ਰਾਜ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਵਰਤਾਤਾ। ਗੁਰੂ ਅਰਜਨ ਸਾਹਿਬ ਜੀ ਸਤਜੁਗ ਆ ਲੀਣ, ਸਤਜੁਗ ਨੂੰ ਆ ਕੇ ਲੀਨ ਕਰਤਾ, ਮੇਲ ਦਿੱਤਾ। ਫਿਰ ਸੱਚੇ ਪਾਤਸ਼ਾਹ ਦੇਣੂ ਰਾਜਾ ਜਿਹੜਾ ਸੀ ਸਤਜੁਗ ਦੇ ਵਿੱਚ, ਉਹਦੇ ਪਾਸੋਂ ਸ਼ੁਕਰਾਚਾਰ ਜਿਹੜਾ ਸੀ ਉਹਦੀ ਦੇਵਜਾਨੀ ਦਾ ਸੱਤ ਟੁੱਟ ਗਿਆ ਸੀ। ਉਹ ਸੱਤ ਟੁੱਟਣ ਤੋਂ ਉਸ ਵੇਲੇ ਸ਼ਰਾਪ ਹੋ ਗਿਆ ਕਿ ਸਾਰਾ ਦੇਸ਼ ਜਿਹੜਾ 10,000 ਵਰ੍ਹਾ ਇਹ ਸਾਰਾ ਦੇਸ਼ ਉਜੜ ਜਾਵੇ। ਉਹ ਸ਼ਰਾਪ ਕਰਕੇ ਸਾਧ ਸੰਗਤ ਜੀ ਸਾਰਾ ਦੇਸ਼ ਦੇਣੂ ਰਾਜੇ ਦਾ ਉਜੜ ਗਿਆ ਸੀ ਦੇਵਜਾਨੀ ਦਾ ਸੱਤ ਤੋੜਨੇ ਕਰਕੇ। ਉਹ ਜਿਹੜਾ ਸਤਜੁਗ ਦੇ ਵਿੱਚ ਕਲਯੁਗ ਦਾ ਸਮਾਂ ਵਰਤਿਆ ਸੀ, ਉਹ ਸਤਜੁਗ ਦੇ ਸਮੇਂ ਨੂੰ ਆ ਕੇ ਲੀਨ ਕਰ ਦਿੱਤਾ ਗੁਰੂ ਸਾਹਿਬ ਨੇ ਕਲਯੁਗ ਵਿੱਚ। ਇਉਂ ਕਲਯੁਗ 'ਚ ਸਤਜੁਗ ਵਰਤਾਤਾ ਗੁਰੂ ਅਰਜਨ ਸਾਹਿਬ ਜੀ ਨੇ। ਜੋ ਤੀਰਥ ਰਚਨਾ ਕੀਤਾ ਅੰਮ੍ਰਿਤਸਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੇ ਅਤੇ ਮਹਾਰਾਜ ਸਾਹਿਬ ਜੀ ਲੰਗਰ ਚਲਾਏ, ਸੁਲਾ ਕੁੱਲ ਸਾਰਿਆਂ ਨੂੰ ਨਾਮ ਦਾ ਉਪਦੇਸ਼ ਦਿੱਤਾ। ਇਹ ਸਤਜੁਗ ਆ ਕੇ ਮਿਲਾਤਾ ਮਹਾਰਾਜ ਜੀ ਨੇ ਇਸ ਕਲਯੁਗ ਵਿੱਚ। ਗੁਰ ਸਾਹਿਬ ਦੇ ਮਨ ਮਾਨਿਆ, ਜਿਨ੍ਹਾਂ ਦਾ ਮਨ ਗੁਰੂ ਸਾਹਿਬ ਦੇ ਸ਼ਬਦ ਵਿੱਚ ਸਾਧ ਸੰਗਤ ਜੀ ਮੰਨ ਗਿਆ ਹੈ। ਅਪਤੀਜ ਪਤੀਣ, ਜਿਹੜਾ ਨਾਮ ਮੰਨਣ ਵਾਲਾ ਮਨ ਸੀ ਨਾ ਅਪਤੀਜ, ਉਹ ਵੀ ਪਤੀਜਗਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਮੰਨ ਗਿਆ ਮਨ। ਗੁਰੂ ਨਾਨਕ ਸੱਚ ਨੀਵ ਸਾਜ, ਸਤਿਗੁਰੂ ਨਾਨਕ ਦੇਵ ਜੀ ਨੇ ਸੱਚੀ ਭਗਤੀ ਦੀ ਨਿਉ ਸਜਾਉਣਾ ਕੀਤੀ। ਸਤਿਗੁਰ ਸੰਗ ਲੀਣ, ਸਤਿਗੁਰੂ ਦੇ ਨਾਲ ਗੁਰੂ ਅੰਗਦ ਸਾਹਿਬ ਹੋ ਕੇ ਕੋਈ ਰੂਪ ਹੋ ਕੇ ਲੀਨ ਹੋ ਗਏ। ਗੁਰੂ ਅੰਗਦ ਸਾਹਿਬ ਦੇ ਨਾਲ ਗੁਰੂ ਅਮਰਦਾਸ ਸਾਹਿਬ ਲੀਨ ਹੋਏ।
ਗੁਰੂ ਅਮਰਦਾਸ ਸਾਹਿਬ ਨਾਲ ਗੁਰੂ ਰਾਮਦਾਸ ਸਾਹਿਬ ਲੀਨ ਹੋਏ। ਗੁਰੂ ਰਾਮਦਾਸ ਨਾਲ ਸਤਿਗੁਰੂ ਅਰਜਨ ਦੇਵ ਜੀ ਆਪ ਮਿਲੇ, ਕੋਈ ਰੂਪ ਹੋਏ। ਗੁਰ ਅਰਜਨ ਘਰ ਗੁਰ ਰਾਮਦਾਸ, हे ਗੁਰੂ ਅਰਜਨ ਦੇਵ ਜੀ ਆਪ ਦੇ ਘਰ ਹਿਰਦੇ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਅਪਰੰਪਰ ਬੀਨਾ, ਜੋ ਪ੍ਰਕਿਰਤੀ ਤੋਂ ਪਰੇ ਹੈ ਉਹ ਬੀਣਾ ਸੁੰਦਰ ਸਰੂਪ ਆਪ ਦੇ ਅੰਦਰ ਪ੍ਰਗਟ ਕੀਤਾ ਹੈ। ਅਪਰੰਪਰ ਪ੍ਰਕਿਰਤੀ ਤੋਂ ਪਰੇ ਬੀਣਾ ਬਣ ਰਹੇ ਹੋ ਆਪ ਸੁੰਦਰ। ਖੇਲ ਗੂੜੋ ਕੀਓ ਹਰ ਰਾਏ, ਹਰੀ ਰਾਜਾ ਕਾਲ ਪੁਰਖ ਨੇ ਬੜਾ ਗੁਪਤ ਤੋਂ ਗੁਪਤ ਖੇਲ ਕੌਣ ਤੱਕ ਕੀਤਾ ਹੈ। ਸੰਤੋਖ ਸਮਾਚਰਿਓ, ਸੰਤੋਖ ਆਦਿ ਗੁਣ ਸਮੁਖ ਭਲੀ ਪ੍ਰਕਾਰ ਆਚਰਿਓ, ਸਿੱਖਾਂ ਨੂੰ ਪ੍ਰਾਪਤ ਕੀਤੇ ਆਪ ਨੂੰ ਬਖਸ਼ੇ। ਬਿਮਲ ਬੁੱਧ ਸਤਿਗੁਰ ਸਮਾਣੋ, ਉਜਲ ਬੁੱਧੀ ਵਾਲੇ ਸਿੱਖ ਹੈ ਸਤਿਗੁਰੂ ਆਪ ਦੇ ਸਰੂਪ ਵਿੱਚ ਲੀਨ ਹੋ ਗਏ, ਸਮਾ ਗਏ। ਆਜੂਨੀ ਸੰਭਵਿਓ, ਹੈ ਤਾਂ ਆਪ ਅਜਨਮੇ, ਨਾ ਤਿਸ ਬਾਪ ਨਾ ਮਾਇ ਕਿੰਤੂ ਜਾਇਆ। ਸੰਭਵਿਓ ਸ੍ਰਿਸ਼ਟੀ ਦੇ ਤਾਰਨ ਵਾਸਤੇ ਫੇਰ ਮਹਾਰਾਜ ਜੀ ਅਜੂਨੀ ਹੁੰਦਿਆਂ ਹੋਇਆਂ ਸੰਭਵਿਓ ਪ੍ਰਾਦੁਰਭਾਵ ਨੂੰ ਪ੍ਰਾਪਤ ਹੋਇਆਂ ਆਪ ਨੇ ਅਵਤਾਰ ਧਾਰਿਆ ਹੈ ਤਾਂ ਅਜਨਮਾ ਸਰੂਪ ਆਪ ਦਾ। ਸ੍ਰਿਸ਼ਟੀ ਦੇ ਤਾਰਨ ਵਾਸਤੇ ਨਾ ਕਰਨ ਵਾਲਾ ਕੰਮ ਵੀ ਆਪ ਨੇ ਕੀਤਾ, ਇਉਂ ਸੰਭਵਿਓ ਬਣਦਾ ਹੈ ਆਪ ਦਾ ਅਜਨਮਾ ਪੁਣਾ। ਤੇ ਫਿਰ ਆਪ ਜੀ ਨੇ ਪ੍ਰਗਟ ਹੋ ਕੇ ਸ੍ਰਿਸ਼ਟੀ ਦਾ ਉਧਾਰ ਕੀਤਾ, ਪ੍ਰਾਦੁਰਭਾਵ ਨੂੰ ਪ੍ਰਾਪਤ ਹੋਏ ਹੋ। ਸੁਜਸ ਕਲ ਕਵੀਆਂ ਵਖਾਣੇ, ਕੱਲ ਕਵੀ ਆਦਿਕਾਂ ਨੇ ਵੇਦ ਦੇ ਭਗਤਿਆਂ ਨੇ ਸਾਰਿਆਂ ਨੇ ਆਪਦੇ ਸ੍ਰੇਸ਼ਟ ਜਸ ਦਾ ਉਚਾਰਨ ਕੀਤਾ ਹੈ। ਗੁਰੂ ਨਾਨਕ ਅੰਗਦ ਵਰਿਓ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਵਰੋਸਾਏ। ਗੁਰ ਅੰਗਦ ਅਮਰ ਗੁਰੂ ਨਿਧਾਨ, ਅੰਗਦ ਦੇਵ ਤੋਂ ਗੁਰੂ ਅਮਰਦਾਸ ਸਾਹਿਬ ਜੀ ਨਾਮ ਦੇ ਖਜ਼ਾਨੇ ਹੋਏ। ਗੁਰੂ ਰਾਮਦਾਸ ਅਰਜਨ ਵਰਿਓ, ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਵਰੋਸਾਏ। ਗੁਰੂ ਰਾਮਦਾਸ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਵਰੋਸਾਏ। ਪਾਰਸ ਪਰਸ ਪਰਮਾ, ਜਿਵੇਂ ਸਾਧ ਸੰਗਤ ਜੀ ਪਾਰਸ ਨਾਲ ਪਰਸ ਕੇ ਪਾਰਸੀ ਬਣ ਜਾਵੇ, ਇਸ ਪ੍ਰਕਾਰ ਪ੍ਰਮਾਣਿਕ ਸੰਘਰਸ਼ ਨਾਨਕ ਗੁਰ ਤੇ ਗੁਰ ਹੋਇਆ। ਵੇਖੋ ਤਸਕੀਰ ਜਾਏ ਇੱਕੋ ਹੀ ਜੋਤ ਸਰੂਪ ਹਨ ਮਹਾਰਾਜ। ਸਦ ਜੀਵਨ ਅਰਜਨ ਅਮੂਲ, ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸਦ ਜੀਵਨ ਹੋ, ਸਦਾ ਜੀਵਾਂ ਨੂੰ ਜੀ ਦਾਨ ਦੇਣ ਵਾਲੇ ਹੋ, ਸਦਾ ਆਪ ਅਵਿਨਾਸੀ ਰੂਪ ਹੋ। ਸਦ ਜੀਵਨ ਅਰਜਨ ਅਮੂਲ, ਹੈ ਗੁਰੂ ਅਰਜਨ ਦੇਵ ਜੀ ਅਮੋਲਕ ਜੀਵਨ ਦੇ ਦੇਣ ਵਾਲੇ ਹੋ, ਸਦਾ ਆਪ ਆਜੂਨੀ ਸੰਭਉ, ਚੇਤਨ ਸਰੂਪ ਹੋ, ਅਜੂਨੀ ਅਜਨਮਾ ਰੂਪ ਹੋ, ਸੰਭਉ ਸੁਤੇ ਪ੍ਰਕਾਸ਼ ਰੂਪ ਆਪਦਾ ਬਣਦਾ ਹੈ। ਭੈ ਭੰਜਨ ਪਰ ਦੁਖ ਨਿਵਾਰ, ਕਿ ਮਹਾਰਾਜ ਜੀਆਂ ਦੇ ਭੈ ਨੂੰ ਮੇਟਣ ਵਾਲੇ ਸੁਲੀ ਜਦੋਂ ਚੜ ਕੇ ਆਇਆ ਸੀ, ਉਸ ਨੂੰ ਸੰਗਤ ਨੇ ਅੰਮ੍ਰਿਤਸਰ ਸਾਹਿਬ ਜੀ ਨੇ ਭੈ ਕੀਤਾ ਕਿ ਮਹਾਰਾਜ ਆਪ ਭਾਈ ਬੁੱਢੇ ਸਾਹਿਬ ਦੇ ਬਚਨ ਕਰਕੇ ਬਡਾਲੀ ਸਾਹਿਬ ਜਾ ਰਹੇ ਸੀ, ਹੁਣ ਫੇਰ ਸੁਲੀ ਚੜ ਕੇ ਆਇਆ ਹੈ। ਹਜ਼ੂਰ ਨੇ ਕਿਹਾ ਡਰੋ ਨਾ ਭਾਈ, ਗਰੀਬਾਂ ਉੱਪਰ ਜੇ ਖਿੰਜਾ ਦਾੜੀ, ਪਾਲ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ। ਇਸ ਪ੍ਰਕਾਰ ਦੇ ਵਾਕ ਕਹਿ ਕੇ ਸੰਗਤ ਦੇ ਭੈ ਨੂੰ ਮੇਟਿਆ। ਸੁਲੀ ਕੋਠੇ ਵਿੱਚ ਸੋਢੀਆਂ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਆਵਿਆਂ 'ਚ ਪੈ ਕੇ ਸ਼ਰਾਬ ਦਾ ਰੱਜਿਆ ਸੜ ਗਿਆ ਤੇ ਮਹਾਰਾਜ ਤੱਕ ਚੜ ਕੇ ਨਹੀਂ ਆ ਸਕਿਆ। ਅੰਮ੍ਰਿਤਸਰ ਸਾਹਿਬ ਵਿੱਚ ਸਾਰੀ ਸੰਗਤ ਦੀ ਰੱਖਿਆ ਕੀਤੀ। ਫਿਰ ਸਲੱਬੀ ਚੜ ਕੇ ਆਉਣਾ ਚਾਹੁੰਦਾ ਸੀ, ਉਹ ਸਾਧ ਸੰਗਤ ਜੀ ਇਹਦਾ ਸੁਲੀ ਦਾ ਭਤੀਜਾ ਸੀ, ਉਹਨੂੰ ਸਜਦਾ ਨੇ ਤਲਬ ਦੇ ਪਿੱਛੇ ਕਿ ਸੁਲੀ ਨੇ ਸਾਡੀ ਦਿੱਤੀ ਨਹੀਂ, ਇਹਨੂੰ ਮਾਰਤਾ ਸੀ, ਉਹਨਾਂ ਨਾਲ ਕੋਈ ਔਖਾ ਹੋਇਆ ਸੀ। ਇਸ ਪ੍ਰਕਾਰ ਭੈ ਭੰਜਨ ਪਰ ਦੁਖ ਨਿਵਾਰ, ਇਸ ਤਰ੍ਹਾਂ ਭੈ ਨੂੰ ਭੰਨਣ ਕੀਤਾ ਮਹਾਰਾਜ ਨੇ, ਪਰ ਵਿਸ਼ੇਸ਼ ਕਰਕੇ ਦੁੱਖਾਂ ਨੂੰ ਨਿਵਰਤ ਕੀਤਾ। ਕਾਲ ਦੇ ਭੈ ਨੂੰ ਭੰਨਣ ਵਾਲੇ ਹਨ, ਪਰ ਵਿਸ਼ੇਸ਼ ਕਰਕੇ ਜੰਮਣ ਮਨ ਦੇ ਦੁੱਖ ਨੂੰ ਨਿਵਰਤ ਕਰਨ ਵਾਲੇ ਹਨ, ਪਰਾਇਆ ਦੁੱਖਾਂ ਨੂੰ ਮੇਟਣ ਵਾਲੇ ਹਨ। ਅਪਾਰ ਅਨੰਤ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਨੰਪੋ ਭੈ ਤੋਂ ਰਹਿਤ ਹਨ। ਗੁਰੂ ਸਾਹਿਬ ਨਿਰਭਉ ਸਰੂਪ ਹਨ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ, ਅਗੈ ਗ੍ਰਹਿਣ ਜਿਹੜਾ ਸਰੂਪ ਪਕੜਿਆ ਨਹੀਂ ਜਾਂਦਾ, ਉਹ ਸਿੱਖਾਂ ਦੇ ਹਿਰਦੇ 'ਚ ਭਾਵ ਭਗਤੀ ਨਾਲ ਗ੍ਰਹਿਣ ਕਰਾ ਦਿੰਦੇ ਹੈ, ਪਕੜਾ ਦਿੰਦੇ ਹਨ। ਪਰਮੇਸ਼ਰ ਵਸਾ ਹੋ ਜਾਂਦਾ ਪ੍ਰੇਮ ਦੇ। ਭ੍ਰਮ ਭ੍ਰਾਂਤ ਦਹਿਣ, ਅਤੇ ਭਰਮ ਤੇ ਭ੍ਰਾਂਤੀ ਨੂੰ ਸਾੜਨ ਵਾਲੇ ਹਨ। ਭਰਮ ਜਿਹੜਾ ਹੈ ਇਦੰ ਸਰਪਾ ਤੇ ਭ੍ਰਾਂਤੀ ਇਹ ਕੀ ਹੈ। ਇਸ ਪ੍ਰਕਾਰ ਭ੍ਰਾਂਤੀ ਸੰਸ਼ੇ ਆਦਿਕਾਂ ਨੂੰ ਤੇ ਭਰਮ ਆਦਿਕਾਂ ਨੂੰ ਸਾੜ ਦਿੰਦੇ ਹਨ। ਸੀਤਲ ਸੁਖ ਦਾਤੋ, ਸੀਤਲ ਸ਼ਾਂਤ ਸਰੂਪ ਹਨ।
ਸਰਬ ਸੁਖਾਂ ਦੇ ਦਾਤੇ ਹਨ ਗਰੀਬ ਨਵਾਜ ਜੀ। ਆਸਮ ਪਹੋ ਉਦਵਿਓ ਅਸੰਭੋ ਅਸਚਰਜ ਰੂਪ ਉਦਵਿਓ ਪ੍ਰਗਟ ਹੋਏ ਹਨ। ਪੁਰਖ ਪੂਰਨ ਵਿਧਾਤਾ ਉਹ ਪੂਰਨ ਸਾਰਿਆਂ ਥਾਵਾਂ 'ਚ ਪੁਰਸ਼ਾਰਥ ਵਾਲੇ ਹਨ, ਵਿਧਾਤੇ ਕਰਮਾਂ ਅਨੁਸਾਰ ਫਲ ਪ੍ਰਦਾਤੇ ਹਨ। ਨਾਨਕ ਆਦ ਅੰਗਦ ਅਮਰ ਸ੍ਰੀ ਗੁਰੂ ਨਾਨਕ ਦੇਵ ਜੋ ਆਦਿ ਸਰੂਪ ਹਨ। ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ, ਸਤਿਗੁਰੂ ਅਮਰਦਾਸ ਮਹਾਰਾਜ, ਸਤਿਗੁਰ ਸ਼ਬਦ ਸਮਾਇਆ ਸਤਿਗੁਰਾਂ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਲੀਨ ਹੋਏ। ਧੰਨ ਧੰਨ ਗੁਰੂ ਰਾਮਦਾਸ ਗੁਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਚੇਤਨ ਸਰੂਪ ਜੋ ਹਨ। ਜਿਨ ਪਾਰਸ ਪਰਸ ਮਿਲਾਇਆ ਜਿਨ੍ਹਾਂ ਗੁਰਾਂ ਦੇ ਨਾਲ ਪਾਰਸ ਨਾਲ ਪਰਸ ਕੇ ਗੁਰੂ ਅਰਜਨ ਸਾਹਿਬ ਜੀ ਉਸੇ ਸਰੂਪ ਵਿੱਚ ਆਪ ਨੂੰ ਮੇਲਣਾ ਕੀਤਾ ਹੈ। ਜਿਨ੍ਹਾਂ ਨੇ ਪਾਰਸ ਰੂਪ ਗੁਰਾਂ ਨਾਲ ਆਪਾਂ ਨੂੰ ਪਰਸਿਆ ਹੈ, ਉਹ ਵੀ ਪਾਰਸ ਰੂਪ ਵੀ ਬ੍ਰਹਮ ਰੂਪ ਵੀ ਬਣਾਤੇ। ਜੈ ਜੈਕਾਰ ਜਾਸ ਜਗ ਅੰਦਰ ਇਸ ਪ੍ਰਕਾਰ ਮੇਲ ਦਿੱਤਾ ਉਹਨਾਂ ਦੇ ਤਾਂ ਹੀ ਹੈ। ਜੈ ਜੈਕਾਰ ਜਾਸ ਜਗ ਅੰਦਰ ਜਿਸ ਗੁਰੂ ਅਰਜਨ ਸਾਹਿਬ ਜੀ ਆਪ का जय जयकार सारे जग ਦੇ ਅੰਦਰ ਹੋ ਰਿਹਾ ਹੈ। ਮੰਦਰ ਭਾਗ ਜੁਗਤ ਸਿਵ ਰਹਿਤਾ हे ਸਤਿਗੁਰੂ ਆਪ ਤਾਂ ਭਾਗਾਂ ਦੇ ਮੰਦਰ ਹੋ, ਭਾਗਾਂ ਦੇ ਕਰਮਾਂ ਦੇ ਮੰਦਰ ਹੋ, ਜੀਆਂ ਦੇ ਭਾਗ ਜਗਾਉਣ ਵਾਸਤੇ ਅਧਿਸ਼ਟਾਨ ਸਰੂਪ ਹੋ ਆਪ। ਜੈ ਜੈ ਮੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਮੰਦਰ ਹਰਮੰਦਰ ਸਾਹਿਬ ਦੇ ਭਾਗ 'ਚ ਸੰਗਤ ਵਿੱਚ ਰਹਿੰਦੇ ਹੋ। ਗੱਦੀ ਲਾ ਕੇ ਨਹੀਂ ਹਰਮੰਦਰ ਸਾਹਿਬ 'ਚ ਬੈਠੇ, ਜਿਵੇਂ ਸੰਗਤ ਬਹਿੰਦੀ ਸੀ ਗਲੀਚਾ ਨਹੀਂ ਵਿਛਾ ਕੇ ਬੈਠੇ, ਸੰਗਤ ਵਾਂਗੂ ਆਪ ਬੈਠੇ ਹੋ ਸੱਚੇ ਪਾਤਸ਼ਾਹ। ਕਿਉਂ ਮੰਦਰ ਹਰਮੰਦਰ ਸਾਹਿਬ ਦੇ ਭਾਗ ਕੋਣੇ ਵਿੱਚ ਸੰਗਤ ਹੀ ਨਹੀਂ ਬੈਠੇ ਹੋ, ਗੱਦੀ ਲਾ ਕੇ ਪੂਜਾ ਨਹੀਂ ਕਰਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪੂਜਨ ਕੀਤਾ ਹੈ, ਆਪ ਨਹੀਂ ਕੁਝ ਬਣੇ, ਚੌਰ ਗੁਰੂ ਗ੍ਰੰਥ ਸਾਹਿਬ ਦੇ ਤੇ ਕਰਾਈ ਹੈ। ਇਸ ਪ੍ਰਕਾਰ ਭਾਗਾਂ ਦੇ ਮੰਦਰ ਹੋ ਆਪ। ਜੁਗਤ ਸਿਵ ਰਹਿਤਾ ਸ਼ਿਵ ਕਲਿਆਣ ਸਰੂਪ ਵੀ ਜੁੜੇ ਰਹਿੰਦੇ ਹੋ। ਜੋ ਸਿੱਖਾਂ ਨੇ ਉਹ ਵੀ ਆਪ ਭਾਈ ਬੁੱਢਾ ਸਾਹਿਬ ਆਦਿ ਗ੍ਰੰਥੀ ਬਣਾਏ ਹੈ, ਉਹ ਵੀ ਸ਼ਿਵ ਕਲਿਆਣ ਵਿੱਚ ਜੁੜੇ ਹੀ ਰਹਿੰਦੇ ਹਨ। ਗੁਰ ਪੂਰਾ ਪਾਇਓ ਵੱਡ ਭਾਗੀ हे ਮਹਾਰਾਜ ਜੀ, ਪੂਰਨ ਗੁਰੂ ਅਰਜਨ ਸਾਹਿਬ ਵੱਡਿਆਂ ਭਾਗਾਂ ਕਰਕੇ ਅਸੀਂ ਆਪ ਨੂੰ ਪਾਇਆ ਹੈ। ਲਿਵ ਲਾਗੀ ਮੇਦਨ ਭਰ ਸਹਿਤਾ हे ਮਹਾਰਾਜ, ਉਹ ਸ਼ੇਸ਼ਨਾਗ ਜਿਸ ਦੀ ਆਪ ਵਿੱਚ ਲਿਵ ਲੱਗੀ ਹੋਈ ਹੈ, ਮੇਦਨੀ ਧਰਤੀ ਦੇ ਭਾਰ ਨੂੰ ਸਹਾਰੀ ਜਾਂਦਾ ਹੈ। ਐਸਾ ਸ਼ੇਸ਼ਨਾਗ ਜਿਵੇਂ ਫੁੱਲਾਂ ਵਾਂਗੂ ਫੁੱਲ ਵਾਂਗੂ ਭਾਰੀ ਨਹੀਂ ਲੱਗਦੀ, ਧਰਤੀ ਨੂੰ ਸਿਰ ਤੇ ਚੱਕੀ ਖੜੋਤਾ ਹੈ। ਉਹ ਆਪਦੇ ਲਿਵ ਲੱਗਣੇ ਕਰਕੇ ਉਹਨੂੰ ਧਰਤੀ ਫੁੱਲ ਵਾਂਗੂ ਪ੍ਰਤੀਤ ਹੁੰਦੀ ਹੈ, ਭਾਰ ਨਹੀਂ ਪ੍ਰਤੀਤ ਹੁੰਦਾ। ਇਹ ਆਪਦੇ ਸਿਮਰਨ ਦਾ ਬਲ ਹੈ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਲਿਵ ਲਾਗੀ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਲਿਵ ਲਾਗੀ ਹੈ, ਮੇਦਨੀ ਦੇ ਭਾਰ ਨੂੰ ਸਹਾਰੀ ਜਾਂਦਾ ਸ਼ੇਸ਼ਨਾਗ। ਜਿਨ੍ਹਾਂ ਦੀ ਲਿਵ ਲੱਗੀ ਹੈ ਸੱਚੇ ਪਾਤਸ਼ਾਹ, ਉਹਨਾਂ ਨੇ ਮੇਦਨ ਬੁੱਧੀ ਹੈ ਜਿਹੜੀ, ਇਹਦੇ ਅੰਦਰ ਸੱਚੇ ਪਾਤਸ਼ਾਹ ਜੋ ਸੰਸਕਾਰਾਂ ਦੇ ਭਾਰ ਹੈ, ਉਹਨਾਂ ਦੇ ਤਾਂ ਹੀ ਸਹਾਰ ਕਰਕੇ ਸਭ ਸੰਸਕਾਰਾਂ ਨੂੰ ਧੋ ਦਿੰਦੇ ਹਨ। ਇਸ ਤਰ੍ਹਾਂ ਜਿਨ੍ਹਾਂ ਦੀ ਲਿਵ ਲੱਗੀ ਹੈ ਮੇਦਨੀ ਭੂਮਾ ਰੂਪ ਬ੍ਰਹਮ 'ਚ, ਉਹ ਸਾਰੀ ਖਲਕ ਦੇ ਉਦਾਹਰਨ ਦਾ ਭਾਰ ਸਹਾਰ ਲੈਂਦੇ ਹਨ। ਗੁਰ ਪੂਰਾ ਪਾਇਓ ਵੱਡ ਭਾਗੀ ਇਹ ਸਤਿਗੁਰੂ ਪੂਰਨ ਵੱਡਿਆਂ ਭਾਗਾਂ ਕਰਕੇ ਆਪ ਨੂੰ ਜਿਨ੍ਹਾਂ ਨੂੰ ਪਾਇਆ ਹੈ। ਲਿਵ ਲਾਗੀ ਮੇਦਨ ਭਰ ਸਹਿਤਾ ਉਹਨਾਂ ਦੀ ਲਿਵ ਲਾਗੀ ਹੈ, ਅਦਨੇ ਮੇਦਨੀ ਧਰਤੀ ਦੇ ਭਾਰ ਨੂੰ ਜਿਵੇਂ ਸ਼ੇਸ਼ਨਾਗ ਸਹਾਰਦਾ ਹੈ, ਐ ਉਹ ਸਾਰੀ ਖਲਕ ਦੇ ਉਧਾਰ ਦੇ ਭਾਰ ਨੂੰ ਸਹਾਰ ਲੈਂਦੇ ਹਨ। ਭੈ ਭੰਜਨ ਪਰ ਪੀਰ ਨਿਵਾਰਨ ਆ ਮਾਰਾ ਕਾਲ ਦਾ ਭੈ ਭੰਨਣ ਵਾਲੇ ਹੋ, ਪਰਾਈਆਂ ਪੀੜਾਂ ਮੇਟਣ ਵਾਲੇ ਹੋ ਆਪ। ਜਿਸ ਪ੍ਰਕਾਰ ਭੈ ਭੰਨਿਆ ਸੀ ਭਾਈ ਕਲਿਆਣੇ ਦਾ, ਲੱਤ ਕੱਢਣ ਲੱਗਾ ਸੀ ਸਾਧ ਸੰਗਤ ਜੀ, ਸਕੇਤ ਵਾਲਾ ਰਾਜਾ, ਉਹਦੀ ਰੱਖਿਆ ਕੀਤੀ। ਰਾਜਾ ਮੂਰਛਾ ਖਾ ਕੇ ਡਿੱਗ ਪਿਆ, ਸਿੱਖ ਦੀ ਰੱਖਿਆ ਕੀਤੀ, ਮੰਡੀ ਵਿੱਚ ਗਏ ਦੀ ਸਕੇਤ ਦੇ ਵਿੱਚ। ਇਸ ਪ੍ਰਕਾਰ ਭੈ ਨੂੰ ਭੰਨਣ ਵਾਲੇ ਹੋ ਆਪ, ਪਰ ਪੀਰ ਨਿਵਾਰਨ ਪਰਾਈਆਂ ਪੀੜਾਂ ਨੂੰ ਮੇਟਣ ਵਾਲੇ ਹੋ ਸੱਚੇ ਪਾਤਸ਼ਾਹ ਆਪ। ਕੱਲ ਸਹਾਰ ਤੋਹੇ ਜਸ ਬਖਤਾ ਕੱਲ ਸਹਾਰ ਘਟ ਜੀ ਮਹਾਰਾਜ ਆਪ ਦਾ ਜਸ ਬਖਤਾ ਉਚਾਰਨ ਕਰਦਾ ਹੈ। ਕੁਲ ਸੋਢੀ ਗੁਰ ਰਾਮਦਾਸ ਤਨ हे ਮਹਾਰਾਜ ਜੀ, ਸੋਢੀਆਂ ਦੀ ਕੁਲ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਆਪ ਤਨ ਪੁੱਤਰ ਹੋ, ਸੁਪੁੱਤਰ ਹੋ। ਧਰਮ ਤੁਜਾ ਅਰਜਨ ਹਰ ਭਗਤਾ ਇਉਂ ਧਰਮ ਦਾ ਨਿਸ਼ਾਨ ਕਾਇਮ ਕਰਨ ਵਾਲੇ
ਹਰੀ ਦੀ ਭਗਤੀ ਨੂੰ ਦ੍ਰਿੜਾਉਣ ਵਾਲੇ ਭਗਤ ਰੂਪ ਗੁਰੂ ਅਰਜਨ ਸਾਹਿਬ ਆਪ ਹੋ। ਧਰਮ ਧੀਰ ਗੁਰਮਤ ਗੰਭੀਰ, ਧਰਮ ਨੂੰ ਧੀਰਜ ਦੇਣ ਵਾਲੇ ਹੋ ਆਪ, ਗੁਰਮਤਿ ਦੇ 'ਚ ਬੜੇ ਗੰਭੀਰਤਾ ਵਾਲੇ ਹੋ ਆਪ। ਪਰ ਦੁੱਖ ਵਿਸਾਰਨ, ਪਰਾਇਆ ਦੁੱਖਾਂ ਨੂੰ ਵਿਸਰਜਨ ਕਰ ਦਿੰਦੇ ਹੋ, ਵਿਦਿਆ ਕਰ ਦਿੰਦੇ ਹੋ। ਸ਼ਬਦ ਸਾਰ ਹਰ ਸਮ ਉਦਾਰ, ਸ਼ਬਦ ਬ੍ਰਹਮ ਦਾ ਜੋ ਉਪਦੇਸ਼ ਹੈ ਉਹ ਸਾਰ ਰੂਪ ਉਪਦੇਸ਼ ਦਿੰਦੇ ਹੋ। ਹਰ ਸਮ ਉਦਾਰ, ਹਰੀ ਅਕਾਲ ਪੁਰਖ ਦੀ ਨਿਆਈ ਆਪ ਦਾਤੇ ਹੋਏ ਸਤਿਗੁਰੂ। ਅਹੰ ਮੇਵ ਨਿਵਾਰ, ਹੰਕਾਰ ਜਿਹੜਾ ਇਹ ਨਿਸ਼ਚੈ ਕਰਕੇ ਉਹਨੂੰ ਮੇਟਣ ਵਾਲੇ ਹੋ ਆਪ। ਮਹਾਦਾਨ, ਹਰ ਸ਼ਿਵ ਜੀ ਵਾਂਗੂ ਉਦਾਰ ਹੋ। ਸ਼ਿਵ ਜੀ ਜਦੋਂ ਖੁਸ਼ ਹੋ ਜੇ ਝੱਟ ਦਾਨ ਦੇ ਦਿੰਦਾ ਹੈ, ਪਰ ਪਰਮੇਸ਼ਰ ਦਾ ਬਾਚ ਕੀ ਸਮਝਣਾ। ਅਹੰ ਮੇਵ ਨਿਵਾਰਨ, ਹੰਕਾਰ ਨੂੰ ਇਹ ਨਿਸ਼ਚੈ ਕਰਕੇ ਮੇਟਣ ਵਾਲੇ ਹੋ। ਮਹਾਦਾਨ ਸਤਿਗੁਰ ਗਿਆਨ, ਆਪ ਮਾਰਾ ਮਹਾਦਾਨੀ ਵੱਡੇ ਦਾਨੀ ਹੋ। ਸਤਿਗੁਰੂ ਬ੍ਰਹਮ ਗਿਆਨ ਦੇ ਬ੍ਰਹਮ ਗਿਆਨ ਵਰਗਾ ਕੋਈ ਦਾਨ ਨਹੀਂ ਦਾਨੀ ਹੋ ਆਪ। ਮਨ ਚਾਉ ਨਾ ਹੁਟੈ, ਫਿਰ ਆਪ ਬ੍ਰਹਮ ਗਿਆਨ ਦੇ ਸਹਿਤ ਹੁੰਦਿਆਂ ਦਾ ਮਨ 'ਚ ਇੰਨਾ ਚਾਅ ਹੈ, ਉਵੇਂ ਪ੍ਰੇਮ ਵਿੱਚ ਲਿਵਲੀਨ ਰਹਿੰਦੇ ਹੋ, ਚਾਹ ਹਟਦਾ ਹੀ ਨਹੀਂ ਕਦੇ। ਸਤਵੰਤ ਹਰ ਨਾਮ ਮੰਤਰ, हे ਮਹਾਰਾਜ ਸਤ ਵਾਲੇ ਹੋ ਆਪ, ਸਤ ਪ੍ਰਤੱਗੀ ਹੋ, ਜੋ ਸਿੱਖਾਂ ਦੇ ਸੰਗਤਾਂ ਦੇ ਬਚਨ ਨਿਭਾਉਣ ਵਾਸਤੇ ਤਤੀਆਂ ਲੋਹਾਂ ਤੇ ਬੈਠ ਕੇ ਗਰਮ ਰੇਤੇ ਪਵਾ ਕੇ ਅਤੇ ਸੱਚੇ ਪਾਤਸ਼ਾਹ ਉਬਲਦੀਆਂ ਦੇਗਾਂ 'ਚ ਬੈਠ ਕੇ ਵੀ ਆਪਦੇ ਸਤ ਵਾਲੇ ਰਹੇ ਹੋ, ਤੇ ਪਰਮੇਸ਼ਰ ਦੇ ਨਾਮ ਦਾ ਮੰਤਰ ਆਪ ਦਿੰਦੇ ਹੋ। ਨਵ ਨਿਧ ਨਾ ਨਿਖੁਟੈ, ਆਪ ਦੀਆਂ ਦਿੱਤੀਆਂ ਨਵੇਂ ਨਿਧੀਆਂ ਪਦਾਰਥ ਮੁੱਕਦੇ ਨਹੀਂ ਹਨ, ਐਡੀ ਬਖਸ਼ਿਸ਼ ਕੀਤੀ ਹੈ ਆਪਨੇ। ਗੁਰੂ ਰਾਮਦਾਸ ਤਨ ਸਰਬ ਮੈਂ, हे ਗੁਰੂ ਰਾਮਦਾਸ ਸਾਹਿਬ ਦੇ ਤਨ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਰਿਆਂ ਦੇ ਵਿੱਚ ਵਿਆਪਕ ਹੋ। ਸਹਿਜ ਚੰਦੂਆ ਤਾਣਿਓ, ਹਜੂਰ ਸਹਿਜ ਜਸ ਰੂਪੀ ਸਹਿਜ ਸ਼ਾਂਤ ਰੂਪ ਜਸ ਦਾ ਚੰਦੋਆ ਆਪਨ ਤਾਨਣਾ ਕੀਤਾ ਹੈ। ਗੁਰ ਅਰਜਨ ਕਲ ਉਚਰੈ, ਕੱਲ ਭੱਟ ਜੀ ਉਚਾਰਦੇ ਹਨ ਗੁਰੂ ਅਰਜਨ ਸਾਹਿਬ ਜੀ। ਤੈ ਰਾਜ ਜੋਗ ਰਸ ਜਾਣਿਓ, हे ਮਹਾਰਾਜ ਤੁਸੀਂ ਰਾਜ ਪ੍ਰਕਾਸ਼ ਰੂਪ ਦੇ ਵੀ ਜਿਹੜਾ ਜੁੜਨ ਦਾ ਹੈ ਰਸ, ਇਸ ਨੂੰ ਮਾਨਣਾ ਕੀਤਾ ਹੈ। ਰਸ ਜਾਣਿਓ, ਰਸ ਨੂੰ ਜਾਣਿਆ ਹੈ ਆਪ ਦੁਆਰਾ ਸਿੱਖਾਂ ਨੇ।